ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਤੁਮ ਸਮਰਥਾ ਕਾਰਣ ਕਰਨ, ਢਾਕਨ ਢਾਕ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨ ਸਾਕੈ ਜਾਲੇ। ਨਿਰਧਨ ਕਉ ਧਨ, ਅੰਧਲੇ ਕੋ ਟਿਕ, ਮਾਤ ਦੂਧ ਜੈਸੇ ਬਾਲੇ। ਸਾਗਰ ਮਹਿ ਬੋਇਥ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਸਾਗਰ ਮਹਿ ਬੋਇਥ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾਲੇ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗਨ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਸਾਹਿਬ ਸਤਿਗੁਰੂ ਹਾਜ਼ਰਾ ਹਜ਼ੂਰ, ਜ਼ਹਿਰਾ ਜ਼ਹੂਰ, ਸਰਬ ਕਲਾ ਭਰਪੂਰ, ਚਵਰ ਛਤਰ ਤੇ ਬਿਰਾਜਮਾਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਆਪ ਸੰਗਤ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਨਾਸਰੀ ਰਾਗ ਦੇ ਅੰਦਰ ਦਰਜ 682 ਅੰਗ ਤੇ ਸੁਸ਼ੋਭਿਤ ਅੱਜ ਦਾ ਪਾਵਨ ਮੁਖਵਾਕ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸੱਚੇ ਪਾਤਸ਼ਾਹ ਹਜ਼ੂਰ ਧੰਨ ਸਤਿਗੁਰੂ ਜੀ ਦੇ ਅੱਗੇ ਹਰ ਇੱਕ ਸਿੱਖ ਇਹੀ ਤਰਲਾ ਲੈਂਦਾ ਹੈ ਕਿ ਸੱਚੇ ਪਾਤਸ਼ਾਹ, ਨਾ ਸਾਡਾ ਜਪ, ਨਾ ਸਾਡਾ ਤਪ, ਨਾ ਸਾਡੀ ਇਬਾਦਤ, ਨਾ ਪੁੰਨ, ਨਾ ਦਾਨ,
ਨਾ ਹੀ ਪੂਰਬਲੇ ਕਰਮਾਂ ਦੇ ਚੰਗੇ ਭਾਗ, ਜਿਸ ਕਰਕੇ ਅਸੀਂ ਆਉਣ ਵਾਲੀਆਂ ਔਖੀਆਂ ਘੜੀਆਂ ਨੂੰ ਆਪਣੇ ਤੇ ਜਰ ਜਾਈਏ। ਤੁਸੀਂ ਕਿਰਪਾ ਕਰੋ, ਰਹਿਮ ਕਰੋ, ਤਰਸ ਕਰੋ, ਆਪਣਾ ਬਣਾ ਕੇ ਰੱਖੋ। ਤੁਹਾਡਾ ਸੁਭਾਅ ਹੈ ਕਿ ਤੁਸੀਂ ਬਿਰਧ ਕੀ ਪੈਜ, ਪੰਥ ਕੀ ਜੀਤ, ਇਸ ਪੱਖ ਤੇ ਤੁਸੀਂ ਸਦਾ ਹੀ ਸੱਚ ਹੋ। ਇਹ ਸੁਣਿਆ ਹੈ ਕਿ ਤੁਸੀਂ ਭਗਤ ਵਛਲ ਹੋ, ਤੁਸੀਂ ਭਗਤਾਂ ਦੀ ਰੱਖਦੇ ਹੋ। ਇਸ ਕਰਕੇ ਸੱਚੇ ਪਾਤਸ਼ਾਹ ਤਰਸ ਕਰੋ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਤੇ ਕਿਵੇਂ ਰੱਖੋ? ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਇਵੇਂ ਰੱਖੋ ਹੱਥ ਦੇ ਕੇ, ਜਿਵੇਂ ਛੋਟੇ ਬੱਚੇ ਨੂੰ ਰੰਗ ਦਿਸਦਾ ਲਾਲ ਤੇ ਨੀਲਾ, ਧੌਂਦਾ ਹੈ ਉਸ ਲਾਲ ਰੰਗ ਨੂੰ ਵੇਖ ਕੇ ਅੱਗ ਵੱਲ, ਪਰ ਬੱਚੇ ਨੂੰ ਇਹ ਨਹੀਂ ਪਤਾ ਕਿ ਇਹਨੇ ਨੁਕਸਾਨ ਕਰਨਾ। ਪਰ ਝੱਟ ਹੀ ਮਾਂ-ਬਾਪ ਕਿਵੇਂ ਬੱਚੇ ਨੂੰ ਹੱਥ ਦੇ ਕੇ ਰੋਕ ਲੈਂਦੇ ਹੈ, ਪਿੱਛੇ ਕਰ ਲੈਂਦੇ ਹੈ, ਝਿੜਕਦੇ ਆ ਤੇ ਫਿਰ ਗਲਵਕੜੀ ਵੀ ਲਾਉਂਦੇ ਆ। ਫਿਰ ਸਮਝਦੇ ਆ ਕਿ ਮਾਂ-ਬਾਪ ਇਹ ਤੇ ਨਿੱਕਾ, ਇਸ ਵਿਚਾਰੇ ਨੂੰ ਕੀ ਪਤਾ। ਬਸ ਸੱਚੇ ਪਾਤਸ਼ਾਹ ਹਮਰੂ ਸੁਆਓ ਸਦਾ ਸਦ ਭੂਲਨ, ਤੁਮਰੋ ਬਿਰਧ ਪਤਿਤ ਉਦਰਨ। ਸਾਡਾ ਸੁਭਾਅ ਭੁੱਲਣ ਅੰਦਰ ਸਭ ਕੋ ਹੈ, ਪਰ ਤੁਹਾਡਾ ਜਿਹੜਾ ਸੁਭਾਅ ਹੈ ਆ ਭੁੱਲ ਗੁਰੂ ਕਰਤਾਰ। ਸੋ ਬਖਸ਼ੋ ਅਸੀਸ। ਇਸ ਸ਼ਬਦ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਤਿਗੁਰੂ ਜੀ ਦੀ ਬਖਸ਼ੀ ਹੋਈ ਇਸ ਸੇਵਾ ਦੇ, ਇਸ ਖਜ਼ਾਨੇ ਦੇ ਆਪ ਸੰਗਤਾਂ ਦੇ ਚਰਨ ਪਰਸਨ ਦੇ ਸੁਭਾਗ ਵਿੱਚ ਕਰ ਸਕਾਂ। ਗੁਰੂ ਸਾਹਿਬ ਅੰਗੀਕਾਰ ਕਰਨ, ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਇਕਾਗਰ ਚਿੱਤ ਬਖਸ਼ਣ। ਗੱਜ ਵੱਜ ਕੇ ਫਤਿਹ ਸਾਂਝੀ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਰਾਗ ਦਾ ਵੀ ਬਚਨ ਅਸੀਂ ਪੜ੍ਹਦੇ ਹਾਂ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਕਿ ਸਾਡੀਆਂ ਗਿਣਤੀਆਂ ਮਿਣਤੀਆਂ ਦੇ ਕੀਤੇ ਹੋਏ ਕਾਰਜ ਮਹਾਰਾਜ ਜੀ ਇਹ ਸਦਾ ਹੀ ਭੁੱਲਣ ਅੰਦਰ ਹੋਣਗੇ, ਭੁੱਲ ਅੰਦਰ ਹੋਣਗੇ। ਪਰ ਤੁਹਾਡਾ ਬਿਰਦ ਕੀ ਹੈ? ਤੁਹਾਡਾ ਬਿਰਦ ਹੈ ਰਾਮਈਆ ਹਾਂ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਮੈਂ ਤੇਰਾ ਪੁੱਤਰ ਹਾਂ ਮੇਰੇ ਪ੍ਰਭੂ ਵਾਹਿਗੁਰੂ ਜੀ, ਮੇਰੇ ਮਾਈ ਬਾਪ, ਮੇਰੇ ਸਾਈਂ ਜੀ। ਮੈਂ ਬਾਰਿਕ ਬਣ ਕੇ ਆਇਆ, ਮੈਂ ਪੁੱਤਰ ਧੀ ਰੂਪ ਦੇ ਵਿੱਚ ਇੱਥੇ ਆ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਦਾ ਮਤਲਬ ਹੈ। ਮੈਂ ਮੰਨਾ ਨਾ ਮੰਨਾ, ਪਰ ਤੂੰ ਹੈ, ਤੂੰ ਰਹੇਂਗਾ। ਇਸ ਕਰਕੇ ਮੇਰਾ ਸੁਭਾਅ ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤਨਾ ਰਾਖਸ ਮਾਇਆ। ਜੇ ਮੈਂ ਪਾਪ ਕਰਮ ਕਰਦਾ ਵੀ ਹਾਂ, ਕ੍ਰੋਧ ਵਿੱਚ, ਕਾਮਨਾਵਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਤੇ ਸੱਚੇ ਪਾਤਸ਼ਾਹ ਤੁਹਾਡਾ ਕਰਮ ਮਾਂ ਵਰਗਾ। ਮਾਂ ਆਪਣੇ ਔਲਾਦ ਦੇ ਪਾਪਾਂ ਨੂੰ ਭੁੱਲ ਜਾਂਦੀ ਹੈ, ਮਾੜੇ ਕਰਮਾਂ ਤੇ ਪਰਦਾ ਪਾਉਂਦੀ ਹੈ। ਇਹ ਸੁਣਿਆ ਪ੍ਰਭੂ ਜੀ ਤੁਹਾਡਾ ਬਿਰਦ ਪਤਿਤ ਉਦਰਣ ਹੈ, ਤੁਸੀਂ ਸਾਡੇ ਕਰਮਾਂ ਤੇ ਪਰਦੇ ਪਾਓ। ਸਾਡੇ ਮਨ ਦੇ ਅੰਦਰ ਚਿੰਤਾ ਹੈ। ਕਬੀਰ ਸਾਹਿਬ ਕਹਿੰਦੇ ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰਸ ਪਾਰਾ। ਦੋ ਕੰਮ ਵਾਹਿਗੁਰੂ ਦੇ ਨੇ, ਇੱਕ ਪਿਛਲੇ ਅਵਗੁਣ ਬਖਸ਼ ਲੈ, ਤੇ ਦੂਸਰਾ ਹੈ ਪ੍ਰਭ ਆਗੈ ਮਾਰਗ ਪਾਵੈ। ਇੱਕ ਤੇ ਪੂਰਬਲੇ ਮਾੜੇ ਕਰਮਾਂ ਦੇ ਉੱਤੇ ਤੁਸੀਂ ਪਰਦਾ ਪਾਉਣਾ, ਇਹ ਤੁਹਾਡਾ ਬਿਰਦ ਹੈ। ਪਰ ਸੱਚੇ ਪਾਤਸ਼ਾਹ ਜੀ ਅੱਗੋਂ ਫਿਰ ਅਸੀਂ ਇਹ ਪਾਪ, ਇਹ ਮੰਦ ਕਰਮਾਂ ਤੋਂ ਬਚੀਏ ਤੇ ਚੰਗੇ ਕਾਰਜਾਂ ਵੱਲ ਅਸੀਂ ਉਦਮ ਕਰੀਏ। ਇਹ ਵੀ ਤੁਸੀਂ ਹੱਥ ਫੜ ਕੇ ਤੋਰੋ। ਇਹਨੂੰ ਮਹਾਰਾਜ ਜੀ ਕਹਿੰਦੇ ਹਾਥ ਦੇ ਰਾਖੈ
अपने को अपना करी प्रभु, अपना करके बेगानियां दी इत्थे कोई सार नहीं लैंदा, अपने दी सारी सार लेंदे है। ठीक है, साडा जिहड़ा कर्म है ना वाहिगुरू, असी हजे उस अपने पुन दे विच तुहानूं आवाज़ नहीं मार सके। उमरां लंघ गईयां साडियां, समा लंघ गया साडा, पर वो अपणत जिस अपणत नूं साच कहो सुन लेहो सबै, जिन प्रेम कियो तिन ही प्रभ पायो। जे उस अपणत च गुरु गोबिंद सिंह साहब कहते एक आवाज़ मारी होंदी तो फिर वो मिल जाता। प्रेम कियो तिन ही प्रभ पायो, मिल जाता, वो प्राप्ति हो जाती। इस करके सच्चे पातशाह तुम समर्था कारण करण ढाकन ढाक, गोबिंद गुर मेरे, मेरे गुरु मेरे गोबिंद वाहिगुरु दो है, एक वाहिगुरु नूं अरदास ते एक समरथ गुरु नूं अरदास। क्योंकि समरथ गुरु सिर हाथ धरियो, गुरु ने ही सिर ते हाथ धर के प्रभु ते दर ते कबूलियत करवानी है। गुर कीनी कृपा हर नाम दियो, जिस देख चरण अगन हरियो। जिदे चरणा दे दीदार कीतियां पापां दा नाश हुंदा है। ते महाराज जी औखी घड़ी ना देखण देई, कोई ऐसा समा ना देखण देई जिस समय दे विच मैं परेशान नहीं, परेशान मैं दुखी नहीं, दुखी दी भी नहीं गल कीती, मैं औखा होवां नहीं, ये भी गल नहीं कीती। औखी घड़ी सिख लई उस दिन है जिस दिन तेरा चेता भुल जाए। इत्थे इस शब्द दे अर्थ इधरों बुलाओ कि उस दिन मैं औखा जिस दिन तेरा चेता विसरिया। प्रभु जी संसार दे विच ते महाराज जी कहंदे दुख सुख दोए दर कपड़े पहरे जाए मनुख। ये दुख सुख क्यों मिले, इहदा कारण भी दसिया, इहदा कारण दसिया। महाराज कहंदे नानक बोलन झखना, कहंदे की कीता, कहंदे दुख छड़ मंगिया है सुख। दुखां दी तैयारी वास्ते कदी नहीं तुहाडे अगे अरदास कीती, बस सुखां दी भुख रखी। पर महाराज कहंदे ये तो हो ही नहीं सकदा। उस करतार दा नियम है, उस करतार ने जो भी बनाया है ना, शिव शक्त आप उपाय कै करता आपे हुक्म वर्ताए। शिव शक्त का मतलब समझिए, शिव का मतलब है रब्बी दात, शक्ति का मतलब है दात का खो लेना। समझियो, शिव है वाहिगुरु, शक्ति है माया। माया खोई जाती है, सानू लगता है साडे कोल है, पर महाराज कहते है नहीं। शिव ते शक्ति मैस्कुलिन एंड फेमिनाइन अंदर ही है सब कुछ। पुरख में नार, नार में पुरखा। किथे सानू साडा सुभाव मैस्कुलिन वरतना पैंदा ते किथे फेमिनाइन वरतना पैंदा, अंदर ही है औरत ते मर्द। शिव ते शक्ति, चंगा शिव है मंदा शक्ति है, ये भी अंदर पिया। रात ते दिन शिव ते शक्ति, पाप ते पुन शिव ते शक्ति, बुरा ते भला यही शक्ति ते शिव बनता है। शक्ति बुरा है ते भला शिव है। सीयू जिन्हों क्या, ए मन शक्ति ए मन सीयू। महाराज कहते जद ये दोनों चीज़ां तो ही सृष्टि बनी है, जद ये सारे दे सृष्टि का पसारा शिव सीयू ते शक्ति तो है, फिर तू कली एक चीज़ नूं फड़ के किवें जीवन जी लेंगा भलिया। जब तेनू पता है दिस बॉडी हैज़ अ लिमिट, इन्हें खत्म हो जाना। इस लिमिट तो पहला जिहड़ा अनलिमिटेड है उन्होंने फड़दा है। इस खात्मे तो पहला जिहदा खात्मा नहीं किया जा सकता, इस शक्ति नूं खत्म होने तो पहला पहला सीयू नूं फड़दा है। इनू महाराज कहंदे शिव सख्त आप उपाय कै करता आपे हुक्म वर्ता। उहदे हुक्म विच है, शिव है सुख, शक्ति है दुख। जद सब कुछ दो रूप च तुसी बनाया, दिन रात बनाए,
ਮਾਂ ਤੇ ਬਾਪ ਬਣਾਏ, ਇਹ ਜਦ ਦੋ ਹੀ ਰੂਪ ਸਾਰੇ ਬਣਾਏ ਤੁਸੀਂ, ਤੇ ਫਿਰ ਅਸੀਂ ਇਕੱਲੇ ਕਹੀਏ ਕਿ ਸਾਨੂੰ ਸੁੱਖ ਮਿਲਦਾ ਰਹੇ, ਇਹ ਹੋ ਹੀ ਨਹੀਂ ਸਕਦਾ। ਅਸੀਂ ਕਹੀਏ ਅਸੀਂ ਸਦਾ ਜਿਉਂਦੇ ਰਹੀਏ, ਜਿਉਣਾ ਸਿਵ ਹੈ, ਮੋਇਆ ਸ਼ਕਤੀ ਹੈ, ਉਹਦੀ ਤਾਕਤ ਹੈ। ਇਹ ਸ਼ਿਵ ਹੈ, ਸਰੀਰ ਜਿਉਂਦੇ ਜੀ। ਅਸੀਂ ਕਹਿੰਦੇ ਹਾਂ ਸਾਨੂੰ ਕੁਝ ਨਹੀਂ ਮਿਲਦਾ। ਬਾਬਾ ਫਰੀਦ ਕਹਿੰਦੇ ਆ ਜਨਮ ਵੇਲੇ ਤੇ ਸਭ ਕੁਝ ਮਿਲ ਜਾਂਦਾ, ਮਾਂ ਬਾਪ ਵੀ ਮਿਲ ਜਾਂਦੇ ਆ, ਸੋਹਣੇ ਕੱਪੜੇ ਵੀ ਮਿਲ ਜਾਂਦੇ ਆ, ਫਿਰ ਅੱਖਾਂ ਦੀ ਰੋਸ਼ਨੀ, ਕੰਨਾਂ ਦਾ ਸੁਣਨਾ, ਸੋਹਣੇ ਦੰਦ ਮਿਲ ਜਾਂਦੇ ਆ, ਜਵਾਨੀਆਂ, ਤਾਕਤਾਂ, ਸਭ ਕੁਝ। ਕੌਣ ਕਹਿੰਦੇ ਆ ਜਨਮ ਵੇਲੇ? ਪਰ ਕਹਿੰਦੇ ਹਾਂ, ਜਿਉਂ-ਜਿਉਂ ਅਸੀਂ ਕਰੀਬ ਜਾਂਦੇ ਹਾਂ ਸ਼ਕਤੀ ਆਪਣੀ ਮੌਤ ਤੇ, ਉਸ ਵੇਲੇ ਸਾਰੇ ਸਾਥ ਛੱਡਦੇ ਜਾਂਦੇ ਆ। ਕਹਿੰਦੇ ਇਹ ਕਹਿਣਾ, ਬਾਬਾ ਫਰੀਦ ਕਹਿੰਦੇ ਗਲਤ ਹੈ ਕਿ ਜਿਉਂਦੇ ਵੀ ਖਾਲੀ ਹੱਥਾਂ ਤੇ ਮੋਏ ਨਹੀਂ, ਜਿਉਂਦੇ ਆ ਤੇ ਬੜਾ ਕੁਝ ਦਿੱਤਾ ਖੁਦਾ ਨੇ, ਰੱਬ ਨੇ, ਪਰਵਰਦਿਗਾਰ ਨੇ। ਇਸ ਕਰਕੇ ਮੈਂ ਪੰਜੇ ਵਕਤ ਮਸੀਤ ਜਾ ਕੇ ਉਹਦਾ ਸ਼ੁਕਰਾਨਾ ਕਰਦਾ। ਪਰ ਮੋਇਆ ਇਹ ਸਭ ਕੁਝ ਛੱਡਣਾ ਸ਼ੁਰੂ ਹੋ ਜਾਂਦਾ ਹੈ, ਇਹਨੂੰ ਸ਼ਕਤੀ ਕਿਹਾ। ਔਰ ਇਹ ਕੋਈ ਇੱਕ ਵਾਰੀ ਨਹੀਂ ਹੋਏਗਾ ਕਿ ਸਾਡੇ ਨਾਲ ਅਸੀਂ ਮਰਨਾ ਤੇ ਤਾਂ ਇਹ ਪਹਿਲਾਂ ਇੰਦਰੀਆਂ ਸਾਥ ਛੱਡਣਗੀਆਂ, ਫਿਰ ਸਾਰਾ ਕੁਝ। ਇੱਥੋਂ ਤੱਕ ਬਾਬਾ ਫਰੀਦ ਤੇ ਮਾਪਿਆਂ ਦਾ ਵੀ ਜ਼ਿਕਰ ਕਰਦੇ ਹੈ। ਜਿਹਨੇ ਤੈਨੂੰ ਜੰਮਿਆ ਤੈ ਪਾਸੇ ਚੱਲ ਗਏ ਹੋ, ਤੇਰੇ ਨਾਲ ਹੁੰਦਿਆਂ ਹੁੰਦਿਆਂ ਉਹ ਰੁਖਸਤ ਹੋ ਗਏ, ਤੇਰਾ ਮਨ ਹਜੇ ਵੀ ਨਹੀਂ ਪਤੀਜਿਆ। ਇਹ ਔਖੀ ਘੜੀ ਨਹੀਂ ਹੈ। ਔਖੀ ਘੜੀ ਹੈ ਜਿਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਕਿ ਬਿਨ ਸਿਮਰਨ ਜਿਉ ਜੀਵਨ ਬਲਨਾ। ਸਿੱਖ ਦੇ ਜੀਵਨ ਦੇ ਵਿੱਚ ਜੇ ਉਹਨੂੰ ਬਾਣੀ ਪੜ੍ਹਨੀ ਨਾ ਆਏ, ਜੇ ਬਾਣੀ ਤੋਂ ਉਹ ਰੁਖਸਤ ਕਰੇ, ਕਰਵਟ ਲਏ, ਬੁਰਕਾ ਵੱਡੇ, ਤੇ ਪੁੱਛੇ ਭਾਈ ਕਿਉਂ ਨਹੀਂ? ਜੀ ਬਾਣੀ ਔਖੀ ਲੱਗਦੀ ਹੈ। ਬਾਣੀ ਔਖੀ ਨਹੀਂ ਹੈ। ਬਾਣੀ ਤੇ ਔਖੀ ਘੜੀ ਨੂੰ ਕੱਟਣ ਵਾਸਤੇ ਬਣਾਈ ਗਈ ਹੈ। ਹਾਂ, ਜਿਹੜੀ ਸਾਡੀ ਸੰਪਰਦਾ ਲਫ਼ਜ਼ ਵਰਤਦੀ ਹੈ ਸਾਡੇ ਸਿੱਖ ਜਗਤ 'ਚ, ਉਹ ਵਰਤਦੇ ਮਹਿੰਗੀ ਹੈ ਕਿ ਬਈ ਇਸ ਬਾਣੀ ਨੂੰ ਪੜ੍ਹਨਾ ਸਾਨੂੰ ਬੜਾ ਮਹਿੰਗਾ ਲੱਗਦਾ। ਪਰ ਔਖਾ ਨਹੀਂ ਕਹਿਣਾ ਬਾਣੀ ਨੂੰ ਭਾਈ। ਬਾਣੀ ਤੇ ਔਖੀ ਘੜੀ ਨੂੰ ਕੱਟਣ ਵਾਲੀ ਹੈ। ਔਰ ਔਖੀ ਘੜੀ ਤਾਂ ਹੈ ਜੇ ਬਾਣੀ ਵਿਸਰ ਜਾਏ, ਤੇ ਉਸ ਵੇਲੇ ਭਲਾ ਵੇਲਾ ਆ ਜਾਏਗਾ ਜਿਸ ਵੇਲੇ ਗੁਰੂ ਚੇਤੇ ਆ ਜਾਏ। ਕਿੱਡੀ ਵੱਡੀ ਦਾਤ ਹੈ। ਬਿਨ ਸਿਮਰਨ ਜਿਉ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਇਹ ਔਖੀ ਘੜੀ ਹੈ। ਤੇ ਅਸੀਂ ਕਹੀਏ ਇਕੱਲੇ ਸੁੱਖ ਮਿਲ ਜਾਣ, ਸੁੱਖ ਛੱਡ, ਦੁੱਖ ਛੱਡ ਮੰਗੀਏ ਹੈ ਸੁੱਖ, ਹੋ ਹੀ ਨਹੀਂ ਸਕਦਾ। ਸੁੱਖ ਦੁੱਖ ਨੂੰ ਔਖੀ ਘੜੀ ਨਹੀਂ ਆਖਦੀ ਮਹਾਰਾਜ ਜੀ ਦੀ ਬਾਣੀ। ਮਿਲਣਾ ਤੇ ਵਿਛੜਦਾ ਇਹ ਔਖੀ ਘੜੀ ਵਿੱਚ ਨਹੀਂ ਆਉਂਦਾ। ਕੁਝ ਪਾ ਲਿਆ, ਕੁਝ ਖੋ ਲਿਆ, ਇਹ ਵੀ ਔਖੀ ਘੜੀ 'ਚ ਨਹੀਂ ਆਉਂਦਾ। ਘੜੀ ਔਖੀ ਉਸ ਦਿਨ ਹੈ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਹੁਣ ਇਹ ਰੋਗ ਕਿਹੜਾ ਹੈ? ਨੈਣੋ ਨੀਂਦ ਪ੍ਰਦ੍ਰਿਸ਼ਟ ਵਿਕਾਰ, ਇਹ ਰੋਗ ਹੈ ਜਿਹਨੇ ਤੈਨੂੰ ਭੁਲਾਤਾ ਵਾਹਿਗੁਰੂ। ਸ਼ਰਵਣ ਸੋਏ ਸੁਨਿੰਦ ਵਿਚਾਰ, ਘੰਟਿਆਂ ਬੱਧੀ ਦਿਨਾਂ ਬੱਧੀ ਨਿੰਦਾ ਨੇ ਵਾਹਿਗੁਰੂ ਦਾ ਸਿਮਰਨ ਵਿਸਾਰ ਦਿੱਤਾ। ਰਸਨਾ ਸੋਈ ਲੋਭ ਮਿੱਠੇ ਸਾਧ, ਇਸ ਬੋਲਣ ਦੇ, ਅਰਲ ਬਰਲ ਬੋਲਣ ਦੇ ਰੋਗ ਨੇ ਵਾਹਿਗੁਰੂ ਤੇਰੇ ਜਪ ਤੋਂ ਮੈਨੂੰ ਤੋੜ ਦਿੱਤਾ। ਤੇਰੇ ਜਾਪ ਤੋਂ ਮੈਂ ਵਿਛੜ ਗਿਆ, ਮੈਂ ਪੜਦਾ ਹੀ ਨਹੀਂ। ਚੱਕਰ ਚਿੰਨ ਅਰ ਬਰਨ ਜ਼ਾਤ ਅਰ ਪਾਤ ਨਹਿੰਜੈ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨਾ ਸਕਤ ਕਹਿ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀ ਜੈ, ਕੋਟ ਇੰਦਰ ਇੰਦਰਾਣ ਸ਼ਾਹੋ ਸ਼ਾਹਾਨ ਗਣੀਜੈ, ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ, ਬਨ ਤ੍ਰਿਣ कहत ਤਬ ਸਰਬ ਨਾਮ ਕਥੈ ਕਵਨ। ਜ਼ੁਬਾਨ ਨਿੰਦਾ ਵਾਸਤੇ ਨਹੀਂ ਮਿਲੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹਦੇ ਕਰਮ ਨਾਮ ਸਨ, ਉਹਨੂੰ ਕਥਨ ਕਰਨ ਕਰਕੇ ਮਿਲੀ ਸੀ, ਉਹਦੇ ਲਈ ਮਿਲੀ ਸੀ। ਜਿਹਨੂੰ ਕਿਹਾ ਕਰਮ ਨਾਮ ਬਰਨਤ ਸੁਮਤ, ਜਿਹਦਾ ਅੰਤ ਹੀ ਨਹੀਂ ਸੀ। ਇਹ ਰੋਗ ਲੱਗ ਗਿਆ ਸਨ, ਇਹਨੇ ਸਾਨੂੰ ਔਖਾ ਕੀਤਾ।
ਤੇ ਜਿਹੜੇ ਸੌਖੇ ਨੇ। ਫਿਰ ਸੁਣੋ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਕਿਹੋ ਜੇ ਹੋਣਗੇ ਉਹ? ਭੇਤ ਨਾ ਜਾਣੋ ਮੂਲ ਸਾਈਂ ਜਿਹਾ। ਉਹਨੂੰ ਕਾਹਦੀ ਔਖੀ ਆਉਣੀ, ਔਖੀਅਤ ਆਉਣੀ? ਜਿਹੜੇ ਤੇਰੇ ਵਰਗੇ ਹੀ ਹੋ ਗਏ। ਕਿਉਂਕਿ ਵਾਹਿਗੁਰੂ ਤੁਸੀਂ ਤੇ ਸਦਾ ਹੀ ਹਰਕਵੰਤ ਹੋ। ਭੱਟ ਜੀ ਕਹਿੰਦੇ ਰੱਬ ਤੇ ਗੁਰੂ ਇੱਕ ਐਸਾ ਰੁੱਖ ਹੈ ਜਿਹੜਾ ਫਲਾਂ ਦੇ ਨਾਲ ਲੱਦਿਆ ਪਿਆ। ਦੁਨੀਆ ਦੇ ਵਿੱਚ ਜਿੰਨੇ ਰੁੱਖ ਦੇਖੋਗੇ ਇਉਂ ਪ੍ਰਤੀਤ ਹੋਏਗਾ ਕਿ ਵਿਚਾਰੇ ਰੁੱਖ ਉੱਤੇ ਕਿੰਨਾ ਧੱਕਾ ਹੁੰਦਾ, ਫਲਾਂ ਨਾਲ ਲੱਦਿਆ ਹੋਇਆ, ਭਾਰ ਵੀ ਜਰਦਾ ਤੇ ਵੱਟੇ ਵੀ ਜਰਦਾ। ਪਰ ਗੁਰੂ ਤੇ ਰੱਬ ਇਹੋ ਜਿਹਾ ਰੁੱਖ ਹੋ ਕੇ ਵੀ ਹਰਕਵੰਤ ਹੈ, ਕਦੀ ਉਹਨੂੰ ਦੁੱਖ ਨਹੀਂ। ਔਖੀ ਘੜੀ ਨਾ ਦੇਖਣ ਦੇਈ, ਇਹ ਤਾਂ ਪਤਾ ਲੱਗਦਾ ਜੇ ਅਸੀਂ ਰਹਾਉ ਦੀ ਤੁਕ ਨੂੰ ਆਧਾਰ ਬਣਾਵਾਂਗੇ। ਜੇ ਰਹਾਉ ਦੀ ਤੁਕ ਆਧਾਰ ਨਹੀਂ ਬਣਾਈ ਤੇ ਫਿਰ ਮਾੜੀ ਜੀ ਸੱਟ ਲੱਗ ਕੇ ਵੀ ਹਾਂ ਸਭ ਕੁਝ ਹੈ, ਮਾਣ ਮੰਗੋ ਤਾਣ ਮੰਗੋ ਧਨ ਲక్ష్ਮੀ ਸੁੱਤ ਦੇ, ਇਹ ਸਭ ਕੁਝ ਮੰਗਣਾ ਹੈ। ਪਰ ਭਲਿਓ ਕੱਲ ਜਿਹੜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੀ ਨਾ ਕਿ ਦਾਤ ਪਿਆਰੀ ਵਿਸਰਿਆ ਦਾਤਾਰ, ਇਹ ਨਾ ਹੋਏ। ਤੈਨੂੰ ਦਾਤ ਵਿੱਚੋਂ ਹੀ ਦਾਤਾ ਮਿਲ ਜੇ। ਆਇਆ ਤੂੰ ਦਾਤ ਮੰਗਣ ਹੈ, ਪਰ ਤੂੰ ਦਾਤਾ ਝੋਲੀ ਪਿਵਾ ਕੇ ਜਾ ਰਿਹਾ। ਇਹਨੂੰ ਮਹਾਰਾਜ ਜੀ ਕਹਿੰਦੇ ਆ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ। ਇਹ ਹੈ ਔਖੀ ਘੜੀ, ਜੇ ਇਹ ਵਿਸਰ ਗਿਆ ਫਿਰ ਔਖੀ ਘੜੀ ਹੈ। ਰਹਾਉ ਦੀ ਤੁਕ ਦਾ ਆਧਾਰ ਹੈ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ, ਪ੍ਰਭ ਸਦਾ ਸਹਾਈ ਧਨ ਹਮਾਰਾ ਰਹਾਉ। ਧਨ ਹਮਾਰਾ ਮੀਤ ਕਿਆ? ਤੇ ਮਹਾਰਾਜ ਜੀ ਨੇ ਕਿਹਾ ਕਿ ਕਦ ਜਨਮ ਵੇਲੇ ਯਾਦ ਕਰ ਲਿਆ ਸੀ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ, ਜਾਂ ਫਿਰ ਇੱਥੋਂ ਮਰਨ ਲੱਗਾਂਗੇ ਤਾਂ ਵੀ ਕਰ ਲਾਂਗੇ ਤੇ ਘਰਦਿਆਂ ਨੂੰ ਕਹਿ ਦਾਂਗੇ ਜੀ ਸਾਡੇ ਪਿੱਛੋਂ ਕਰ ਲਿਓ ਸਾਡੇ ਪਾਠ। ਨਹੀਂ, ਆਦ ਤੋਂ ਲੈ ਕੇ ਅੰਤ ਤੱਕ, ਸਾਡੇ ਜਨਮ ਤੋਂ ਲੈ ਕੇ ਸਾਡੇ ਰੁਖਸਤ ਹੋਣ ਤੱਕ ਸੱਚੇ ਪਾਤਸ਼ਾਹ ਤੂੰ ਮੇਰੇ ਅੰਦਰ ਵਸਿਆ ਰਹੀ। ਤੂੰ ਮੇਰੇ ਲਈ ਸਹਾਈ ਹੋਏ। ਤੇ ਸਹਾਈ ਤਾਂ ਹੋਵਾਂਗੇ ਨਾ ਜੇ ਅਸੀਂ ਕਵਾਂਗੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਇਹ ਹੈ ਰਹਾਉ ਦੀ ਤੁਕ, ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ। ਜੇ ਚਿੱਤ ਨਹੀਂ ਲੱਗਿਆ ਫਿਰ ਮਹਾਰਾਜ ਜੀ ਕਹਿੰਦੇ ਜਾਣ ਬੂਝ ਕੇ ਬਾਵਰੇ ਤੈਂ ਕਾਜ ਬਿਗਾੜਿਓ। ਫਿਰ ਜਾਣਦਿਆਂ ਹੋਇਆਂ ਵੀ ਤੂੰ ਆਪਣੀ ਹੁਜਤ ਕਰ ਰਿਹਾ। ਤੁਮ ਸਮਰਥਾ ਕਾਰਨ ਕਰਨ ਢਾਕਨ ਢਾਕ ਗੋਬਿੰਦ ਗੁਰ ਮੇਰੇ। ਮੇਰੇ ਪ੍ਰਭੂ ਮੇਰੇ ਅਵਗੁਣਾਂ ਨੂੰ ਢੱਕ ਲੈ। ਮੋਹੇ ਅਪਰਾਧੀ ਸ਼ਰਨ ਚਰਨ, ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ। ਜੋ ਜੋ ਕੀਨੋ ਸੋ ਤੁਮ ਜਾਣਿਓ। ਹੁਣ ਮੈਂ ਕਿਵੇਂ ਭੱਜ ਸਕਦਾ? ਹੁਣ ਇਹ ਹੈ ਔਖੀ ਘੜੀ ਕਿ ਜੋ ਮੈਂ ਕਰ ਰਿਹਾ ਤੁਸੀਂ ਜਾਣਦੇ ਹੋ ਤੇ ਪੇਖਿਓ ਠੌਰ ਨਹੀਂ ਕਛ ਢੀਠ ਮੁਕਰਨ। ਇਹ ਹੈ ਔਖੀ ਘੜੀ ਕਿ ਮੈਨੂੰ ਪਤਾ ਤੁਸੀਂ ਜਾਣਦੇ ਹੋ, ਜਾਣ ਬੂਝ ਕੇ ਬਾਵਰੇ ਤੈਂ ਕਾਜ ਬਿਗਾੜਿਓ। ਫਿਰ ਵੀ ਜੀ ਮੈਂ ਤੈਨੂੰ ਨਹੀਂ ਚੇਤੇ ਕਰ ਰਿਹਾ, ਮੈਂ ਗਫਲਤ ਦੇ ਜੀਵਨ 'ਚ ਬਤੀਤ ਹੋ ਰਿਹਾ ਆਪਣਾ ਸਾਰਾ ਸਮਾਂ। ਜੋ ਜੋ ਕੀਨੋ ਸੋ ਤੁਮ ਜਾਣਿਓ, ਪੇਖਿਓ ਠੌਰ ਨਹੀਂ। ਤੈਨੂੰ ਪਤਾ ਇਸ ਤੋਂ ਬਿਨਾਂ ਹੋਰ ਕੋਈ ਨਹੀਂ ਹੈ। ਫਿਰ ਵੀ ਪੇਖਿਓ ਠੌਰ ਨਹੀਂ ਕਛ ਢੀਠ ਮੁਕਰਨ। ਪਾਪ ਕਰਕੇ ਮੈਂ ਮੁਕਰ ਰਿਹਾ, ਗਲਤੀ ਕਰਕੇ ਮੈਂ ਮੁਕਰ ਰਿਹਾ। ਸਾਰੀ ਉਮਰ ਮੈਂ ਤੈਨੂੰ ਚੇਤੇ ਨਹੀਂ ਕੀਤਾ, ਮੈਂ ਮੁਕਰਿਆ। ਤੇ ਮਹਾਰਾਜ ਕਹਿੰਦੇ ਇਹ ਔਖੀ ਘੜੀ ਦੀ ਸ਼ੁਰੂਆਤ ਹੈ। ਇੱਥੋਂ ਔਖੀ ਘੜੀ ਸ਼ੁਰੂ। ਚੇਤਾ ਆ ਜੇ ਫਿਰ ਕਾਹਦਾ ਔਖਾ? ਜੇ ਸੰਗ ਮਿਲ ਜਾਏ ਵਾਹਿਗੁਰੂ ਦਾ। ਕੱਲਾ ਮੈਂ ਔਖਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਜੇ ਉਹ ਮੇਰੇ ਨਾਲ ਹੈ ਫਿਰ ਮੈਨੂੰ ਕੌਣ ਔਖਾ ਕਰ ਸਕਦਾ? ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਤ ਬਖਸ਼ਿੰਦਾ ਐਸ਼ੋ ਅਰਸ਼। ਮੈਨੂੰ ਕੌਣ ਔਖਾ ਕਰ ਸਕਦਾ? ਤੁਰਾ ਅਗਰ ਨਜ਼ਰ ਹਸਤ ਲਸ਼ਕਰ ਵਜ਼ਰ ਔਰੰਗਜ਼ੇਬ, ਤੂੰ ਔਖਾ ਹੋ ਸਕਦਾ ਹੈ। ਇੰਨੀਆਂ ਫੌਜਾਂ ਮਖਮਲੀ ਬਿਸਤਰਿਆਂ ਦੇ ਹੋਣ ਦੇ ਬਾਵਜੂਦ ਵੀ ਤੈਨੂੰ ਨੀਂਦ ਨਾ ਹੋਏ, ਪਰ ਮੈਨੂੰ ਕਿ ਮਹਾਰਾ ਨਿਗਾਹ ਹਸਤੀ ਅਸਦਾ ਸ਼ੁਕਰ, ਮੈਨੂੰ ਰੱਬ ਚੇਤੇ, ਮੈਨੂੰ ਕਾਹਦੀ ਔਖੀ ਘੜੀ? ਤੂੰ ਲੱਖਾਂ ਫੌਜਾਂ ਲੈ ਕੇ ਮੈਨੂੰ ਔਖਾ ਕਰਨ ਆਇਆ, ਪਰ ਮੇਰੇ ਨਾਲ ਤੇ ਕਰਤਾਰ ਸੀ, ਵਾਹਿਗੁਰੂ ਸੀ।
ਮੈਨੂੰ ਉਹਨੇ ਔਖਾ ਹੋਣ ਹੀ ਨਹੀਂ ਦਿੱਤਾ। ਉਹਨੇ ਮੈਨੂੰ ਐਂ ਕੱਢਿਆ ਜਿਵੇਂ ਮੱਖਣ ਵਿੱਚੋਂ ਵਾਲ ਕੱਢੀਦਾ 10 ਲੱਖ ਦੀਆਂ ਫੌਜਾਂ ਦੇ ਵਿੱਚ। ਕਹਿੰਦੇ ਬਿਲਕੁਲ ਵੀ ਮੇਰਾ ਕਤਰਾ, ਨਾ ਕਤਰਾ ਮਰਾ, ਨਾ ਪੇਚੀ ਦਾ ਮੂਹੇ, ਨਾ ਰੰਜੀ ਦੇ ਤਨ। ਕਹਿੰਦੇ ਕੁਛ ਨਹੀਂ ਹੋਇਆ, ਨਾ ਕਤਰਾ ਮੂਆ, ਨਾ ਰੰਜੀ ਦੇ ਤਨ, ਕੁਛ ਵੀ ਨਹੀਂ ਹੋਇਆ। ਕਿਉਂ? ਕਿ ਖੁਦਾ ਆਵੁਰਦ ਦੁਸ਼ਮਨ ਸ਼ਿਕਨ, ਉਹ ਆਪ ਆਇਆ, ਮੈਂ ਉਹਨੂੰ ਬੁਲਾਇਆ, ਉਹ ਆਇਆ ਤੇ ਮੈਨੂੰ ਇਸ ਘੜੀ ਵਿੱਚੋਂ ਕੱਢ ਕੇ ਲੈ ਗਿਆ। ਕੱਲਾ ਜੇ ਮੈਂ ਹਾਂ ਤੇ ਔਖਾ, ਪਰ ਜੇ ਤੇਰਾ ਚੇਤਾ ਹੈ ਫਿਰ ਕੋਈ ਔਖ ਨਹੀਂ। ਫਿਰ ਮਹਾਰਾਜ ਜੀ ਕਹਿੰਦੇ ਦੁਕਾਲੰਗ ਪ੍ਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਜੇ ਚੇਤਾ ਹੈ ਨਾ ਫਿਰ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ। ਸ਼ਬਦ ਪਿੱਛੋਂ ਸ਼ੁਰੂ ਕਰੋ, ਅਨਵੈ ਅਰਥ ਕਰੋ। ਜੇ ਪਾਰ ਬ੍ਰਹਮ ਦੇ ਵਿੱਚ ਸ਼ਰਨ ਦੇ ਵਿੱਚ ਹਾਂ ਤੇ ਫਿਰ ਤੱਤੀ ਵਾਉ ਨਹੀਂ ਲੱਗੇਗੀ। ਅਨਵੈ ਅਰਥ ਕਰੀਏ ਇਹਦੇ। ਪਾਰ ਬ੍ਰਹਮ ਸ਼ਰਨਾਈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਤਾਂ ਫਿਰ ਰਾਖੋ ਰਾਖਨ ਹਾਰ ਦਇਆਲਾ ਨਾਨਕ ਕਰਕੇ ਗੋਲੇ। ਸ਼ਰਨ ਤੋਂ ਬਿਨਾ ਮਹਾਰਾਜ ਕਹਿੰਦੇ ਦੁੱਖ ਹੈ। ਘੜੀ ਔਖੀ ਹੋ ਗਈ। ਜਿੰਨੇ ਮਰਜੀ ਤੁਸੀਂ ਵਿਸਥਾਰ ਕਰੋ ਇਸ ਬਚਨ ਦਾ, ਜੇ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸ਼ਰਨਾਈ, ਜੇ ਸ਼ਰਨ ਵਿੱਚ ਆ ਗਿਆ ਫਿਰ ਕਾਹਦਾ ਔਖਾ। ਚਾਉ ਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ। ਜੇ ਮੈਂ ਤੁਹਾਨੂੰ ਚੇਤੇ ਕਰ ਲਿਆ, ਸਿਰ ਮਸਤਕ ਰੱਖਿਆ, ਪਾਰ ਬ੍ਰਹਮੰ ਹਸਤ ਕਾਇਆ ਰੱਖਿਆ, ਪਰਮੇਸ਼ਵਰ ਹੈ, ਫਿਰ ਕਾਹਦਾ ਮੈਂ ਔਖਾ। ਫਿਰ ਤੇ ਤੂੰ ਰੱਖਣ ਵਾਲਾ ਹੈ। ਤੇ ਇਹ ਕੋਈ ਸ਼ਰਤ ਨਹੀਂ ਹੈ ਕਿ ਜਿਵੇਂ ਮੈਂ ਚਾਹੁੰਦਾ ਤੂੰ ਉਵੇਂ ਰੱਖੇਂਗਾ, ਨਹੀਂ। ਫਿਰ ਤੂੰ ਜਿਵੇਂ ਮਰਜ਼ੀ ਰੱਖ। ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ। ਮੇਰੇ ਲਈ ਉਹ ਵੀ ਔਖਾ ਨਹੀਂ ਹੋਏਗਾ, ਮੇਰੇ ਲਈ ਉਹ ਵੀ ਔਖੀ ਘੜੀ ਨਹੀਂ ਹੋਏਗੀ। ਮਹਾਰਾਜ ਕਹਿੰਦੇ ਜਿਉਣਾ ਸਿੱਖ ਲਓ, ਤੁਹਾਨੂੰ ਮਰਨਾ ਆ ਜਾਏਗਾ। ਇਸ ਗੱਲ ਨੂੰ ਸਮਝੀਏ। ਜਿਨੇ ਆਪਣਾ ਜੀਵਨ ਸਾਂਭਿਆ ਉਹੀ ਆਪਣੇ ਮਰਨੇ ਨੂੰ ਸਾਂਭ ਸਕਦਾ ਹੈ। ਫਿਰ ਮੌਤ ਵੀ ਔਖੀ ਘੜੀ ਨਹੀਂ ਹੈ। ਜੇ ਜੀਵਨ ਸਾਂਭ ਲਈਏ ਆਪਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨਾ, ਕਿਆ ਜਾਣਾ ਕਿਵ ਮਰਾਂਗੇ। ਤੇਰੀ ਸ਼ਰਨ ਤੋਂ ਬਿਨਾ ਇਹ ਨਹੀਂ ਪਤਾ, ਤੇਰੇ ਆਸਰੇ ਤੋਂ ਬਿਨਾ ਨਹੀਂ ਪਤਾ ਕੈਸਾ ਮਰਨਾ ਹੋਏ। ਪਰ ਜਿਸ ਦਿਨ ਤੂੰ ਚੇਤੇ ਆ ਜਾਏਗਾ ਉਸ ਦਿਨ ਕਾਦੀ ਔਖੀ ਘੜੀ। ਜੇਕਰ ਸਾਹਿਬ ਮਨੋ ਨਾ ਵੀਸਰੈ, ਤਾਂ ਫਿਰ ਕਾਦੀ ਔਖੀ ਘੜੀ ਹੋਈ। ਫਿਰ ਤੇ ਕੇਤਿਆਂ ਦੂਖ ਭੂਖ ਸਦਮਾਰ ਏ ਪੇਦਾਤ। ਇਸ ਨਜ਼ਰੀਏ ਨੂੰ ਗੁਰੂ ਅਰਜੁਨ ਸਾਹਿਬ ਕਹਿੰਦੇ ਸਮਝੀਏ। ਅਸੀਂ ਕਹੀਏ ਗੁਰੂ ਅਰਜੁਨ ਸਾਹਿਬ ਜੀ ਤੇ ਤਸ਼ੱਦਦਾਂ ਬਹੁਤ ਆਈਆਂ। ਸਾਰੀ ਸਤਿਗੁਰ ਜੀ ਦੀ ਉਮਰ ਦੀ ਹਯਾਤੀ ਗੁਰੂ ਰਾਮਦਾਸ ਜੀ ਨੇ ਸੁਦਾ ਸਰ ਅੰਮ੍ਰਿਤਸਰ ਵਿੱਚ ਗੁਰਤਾ ਗੱਦੀ ਦੀ ਦਾਤ ਦੇ ਦਿੱਤੀ। ਗੁਰਤਾ ਗੱਦੀ ਦੀ ਦਾਤ ਹੋਣ ਤੋਂ ਬਾਅਦ ਐਲਾਨਿਆ ਕਿ ਹਾਂ, ਪਰ ਇਹ ਨਾ ਅਸਲ ਦੇ ਵਿੱਚ ਸਿੱਖ ਜਗਤ ਦੀ ਸਭ ਤੋਂ ਖੂਬਸੂਰਤੀ ਇਹ ਹੈ ਕਿ ਗੁਰੂ ਨਾਨਕ ਸਾਹਿਬ ਆਪਣੀ ਹਯਾਤੀ ਵਿੱਚ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਗਏ ਨੇ, ਪਰ ਉਹਨਾਂ ਚਿਰ ਤੱਕ ਗੁਰੂ ਅੰਗਦ ਸਾਹਿਬ ਪ੍ਰਗਟ ਨਹੀਂ ਹੋਏ ਜਿੰਨਾ ਚਿਰ ਤੱਕ ਗੁਰੂ ਨਾਨਕ ਸਾਹਿਬ ਨੇ 5 ਭੂਤਕ ਸਰੀਰ ਦਾ ਓਲਾ ਨਹੀਂ ਕੀਤਾ। ਸਮਝੋ ਇਸ ਗੱਲ ਨੂੰ। ਭੇਤ ਹੈ, ਜੋਤ ਇੱਕੋ ਹੀ ਵਰਤ ਸਕਦੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ 5 ਭੂਤਕ ਸਰੀਰ ਦਾ ਸੰਸਕਾਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ। ਗੁਰੂ ਅਰਜੁਨ ਸਾਹਿਬ ਉੱਥੇ ਗਏ ਗੋਇੰਦਵਾਲ ਦੀ ਧਰਤੀ। ਇਹਦਾ ਜ਼ਿਕਰ ਭੱਟਾ ਨੇ ਕੀਤਾ। ਗੁਰੂ ਰਾਮਦਾਸ ਜੀ ਦੀ ਸ਼ੋਭਾ ਕਰਨ ਲੱਗਿਆ ਗੁਰੂ ਅਮਰਦਾਸ ਜੀ ਵੱਲ ਇਸ਼ਾਰਾ ਕਰਕੇ, ਕਿਉਂਕਿ ਗੋਇੰਦਵਾਲ ਤੇ ਗੁਰੂ ਅਮਰਦਾਸ ਨੇ ਵਸਾਇਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪੀਊਸ ਪਿਵਨ ਕੀ, ਬਾਂਛਤ ਸਿੱਧ ਕੋ ਬਿਦ ਮਿਲਾਇਓ। ਉੱਥੇ ਜ਼ਿਕਰ ਕੀਤਾ ਕਿ ਪੂਰਨ ਭਉ ਮਨ ਠੌਰ ਬਸੋ, ਨਿਸ ਬਾਸੁਰ ਸਿਉ ਜੋ ਦਹੰਗ ਦੇ ਸਿਧਾਇਓ। ਭੱਟ ਜੀ ਤੁਹਾਡੀ ਔਖੀ ਘੜੀ ਕੀ ਸੀ? ਭੱਟ ਜੀ ਕਹਿੰਦੇ ਮੇਰਾ ਮਨ, ਮੇਰਾ ਤਨ ਉਸ ਦਿਨ ਔਖਾ ਸੀ ਜਿਸ ਦਿਨ ਮੇਰੇ
ਗੁਰੂ ਦੇ ਚਰਨਾਂ 'ਚ ਚਿੱਤ ਨਹੀਂ ਜੁੜਿਆ ਸੀ। ਜਿਸ ਦਿਨ ਚਿੱਤ ਜੁੜ ਗਿਆ ਉਸ ਦਿਨ ਮੈਨੂੰ ਪੂਰਨ ਸੁਖ ਮਿਲ ਗਿਆ। ਮਹਾਰਾਜ ਕਹਿੰਦੇ ਅਸੀਂ ਔਖੀ ਘੜੀ ਦੀ ਪਰਿਭਾਸ਼ਾ ਕੀ ਕਰੀ ਬੈਠੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਿਭਾਸ਼ਾ ਕੀ ਦੱਸਦੀ ਆ ਔਖੀ ਘੜੀ ਦੀ। ਮਹਾਰਾਜ ਕਹਿੰਦੇ ਤਤੀਆਂ ਤਵੀਆਂ ਤੇ ਵੀ ਬੈਠ ਕੇ ਗੁਰੂ ਅਰਜਨ ਸਾਹਿਬ ਕਹਿੰਦੇ ਤੇਰਾ ਕੀਆ। ਉਹਨਾਂ ਨੇ ਇਹ ਤੇ ਕਿਹਾ ਹੀ ਨਹੀਂ ਕਿ ਔਖੀ ਘੜੀ ਆਉਣ ਵਾਲੀ ਹੈ। ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਅੰਮ੍ਰਿਤਸਰ ਵਾਪਸ ਆਇਆ ਗੁਰੂ ਅਰਜਨ ਸਾਹਿਬ, ਸੇਵਾਵਾਂ ਸੰਭਾਲਣ ਲੱਗਿਆ। ਪ੍ਰਿਥੀ ਚੰਦ ਨੇ ਧੱਕੇ ਮਾਰੇ ਨੇ, ਪੱਗ ਖੋਲੀ ਹੈ। ਪਹਿਲੇ ਦਿਨ ਤੋਂ ਗੁਰਤਾ ਗੱਦੀ ਦੀ ਮਲਕੀਅਤ ਤੋਂ ਅਸੀਂ ਜੇ ਦੇਖੀਏ ਫਿਰ ਤੇ ਔਖੇ ਗੁਰੂ ਅਰਜਨ ਸਾਹਿਬ ਬੜੇ, ਪਰ ਮਹਾਰਾਜ ਕਹਿੰਦੇ ਨਹੀਂ, ਸੁਖ ਹੈ, ਸੁਖ ਹੈ। ਅੰਮ੍ਰਿਤਸਰ ਦੀ ਧਰਤੀ ਤੇ ਟਿਕਣ ਨਹੀਂ ਦਿੱਤਾ, ਜਾਣਾ ਪਿਆ ਵਡਾਲੀ। ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਵਡਾਲੀ ਵਿੱਚ ਹੋਇਆ, ਗੁਰੂ ਕੀ ਵਡਾਲੀ। ਜਿਸ ਦਿਨ ਪ੍ਰਕਾਸ਼ ਹੋ ਗਿਆ ਗੁਰੂ ਸਾਹਿਬ ਅੰਮ੍ਰਿਤਸਰ ਵਾਪਸ ਆਏ, ਥੋੜਾ ਚਿਰ, ਇੱਕ ਨਹੀਂ 3 ਹਮਲੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਕੀਤੇ ਗਏ। ਅਸੀਂ ਕਹੀਏ ਔਖੀ ਘੜੀ, ਮਹਾਰਾਜ ਫਿਰ ਸ਼ੁਕਰਾਨੇ 'ਚ ਬਚਾਉਣ ਵਾਲਾ ਕਰਤਾਰ ਹੈ। ਪਰ ਕਿਆ ਨਹੀਂ ਕਿ ਮੈਂ ਔਖਾ ਹੋਇਆ, ਉਹਨੇ ਰੱਖਿਆ। ਔਖਾ ਤਾਂ ਸੀ ਜੇ ਤੈਨੂੰ ਨਾ ਚੇਤੇ ਕਰਦਾ। ਮਹਾਰਾਜ ਜੀ ਨੂੰ ਲਿਜਾ ਕੇ ਗੁਰੂ ਅਰਜਨ ਸਾਹਿਬ ਨੂੰ, ਗੁਰੂ ਹਰਗੋਬਿੰਦ ਸਾਹਿਬ ਬਾਲਕ ਨੂੰ 2-3 ਸਾਲ 4 ਸਾਲ ਦੀ ਉਮਰ 'ਚ ਪ੍ਰਚਾਰ ਦੌਰਿਆਂ 'ਚ ਨਾਲ ਤੁਰਨਾ ਪਿਆ। ਲਾਹੌਰ ਲੈ ਕੇ ਗਏ ਕਦੀ, ਅੱਗੇ ਉੱਥੇ ਬਿਮਾਰੀ ਇੰਨੀ ਫੈਲੀ ਸੀ, ਗੁਰੂ ਹਰਗੋਬਿੰਦ ਸਾਹਿਬ ਨਾਲ ਨੇ, ਪਿੱਛੇ ਛੱਡਦੇ ਆ ਉਹ ਨਹੀਂ ਜਿਉਣ ਦਿੰਦਾ ਪ੍ਰਿਥੀ ਚੰਦ ਦੇ ਨਾਲ ਲੈ ਕੇ ਗਏ, ਤੇ ਉੱਥੇ ਬਿਮਾਰੀਆਂ ਚਿੰਬੜ ਗਈਆਂ ਸਰੀਰ ਨੂੰ, ਚੇਚਕ ਲੱਗ ਗਿਆ, ਰੋਗ ਲੱਗ ਗਿਆ। ਕਿਉਂ ਲੱਗਿਆ? ਕਿਉਂਕਿ ਪ੍ਰਚਾਰ ਦੌਰਿਆਂ 'ਚ ਨਾਲ ਲੈ ਕੇ ਤੁਰੇ ਹੋਏ ਨੇ। ਲਾਹੌਰ ਜਾ ਰਹੇ ਨੇ, ਕਦੀ ਕਰਤਾਰਪੁਰ ਜਾ ਰਹੇ ਨੇ, ਕਦੀ ਆਪਣਾ ਵਸਾਇਆ ਜੰਡਿਆਲਾ ਕਰਤਾਰਪੁਰ, ਉੱਥੇ ਰੋਗੀਆਂ ਦੀ ਸੇਵਾ ਕਰ ਰਹੇ ਨੇ। ਲਾਜ਼ਮੀ ਹੈ, ਲਾਜ਼ਮੀ ਹੈ। ਫਿਰ ਦੁਨੀਆ ਦੇ ਲੋਕ ਸਾਰੇ ਕਹਿੰਦੇ ਜੀ ਹੁਣ ਤੇ ਇੱਕੋ ਹੀ ਇਲਾਜ ਹੈ, ਸੀਤਲਾ ਕੋਲ ਚਲੀਏ ਸਾਰੇ। ਮਹਾਰਾਜ ਕਹਿੰਦੇ ਨਹੀਂ, ਆਹ ਸਮਾਂ ਵੀ ਉਸ ਕਰਤਾਰ ਦੀ ਰਜ਼ਾ ਵਿੱਚ ਹੈ। ਬਸ ਸੱਚੇ ਪਾਤਸ਼ਾਹ ਮਿਹਰ ਕਰਨ, ਆਪ ਹੀ ਕਿਰਪਾ ਕਰਨਗੇ। ਤੇ ਗੁਰੂ ਅਰਜਨ ਸਾਹਿਬ ਨੇ ਬਾਣੀ ਦੇ ਵਿੱਚ ਉਚਾਰਿਆ, ਹਰ ਗੋਬਿੰਦ ਨਵਾਂ ਨਰੋਆ। ਨਵਾਂ ਨਰੋਆ ਕਿਆ? ਗੁਰੂ ਅਰਜਨ ਸਾਹਿਬ ਜੀ ਦੇ ਉੱਤੇ ਕੂੜਾ ਸੁੱਟਿਆ ਗਿਆ ਪ੍ਰਿਥੀ ਚੰਦ ਦੀ ਪਤਨੀ ਵੱਲੋਂ। ਬੜੇ ਕਬੂਲ ਵੀ ਜਰਨੇ ਪੈਣ, ਲੰਗਰ ਮਸਤਾਨੇ ਕਰ ਦਿੱਤੇ ਪ੍ਰਿਥੀ ਚੰਦ ਨੇ। ਅੱਜ ਜਿੱਥੇ ਪੁਤਲੀ ਘਰ ਹੈ ਗੁਰਦੁਆਰਾ ਸਾਹਿਬ, ਉੱਥੇ ਮੰਜੇ ਡਾ ਕੇ ਬਹਿ ਗਏ, ਅੱਗੇ ਜਾਣ ਨਹੀਂ ਦਿੱਤੀ ਲਾਹੌਰ ਦੀ ਸੰਗਤਾਂ ਨੂੰ, ਜਿਹੜੀਆਂ ਸੰਗਤਾਂ ਆਈਆਂ ਲਹਿੰਦੀਆਂ ਤੋਂ। ਸਰਫੇ ਦਾ ਫੁਲਕਾ ਬਾਬਾ ਬੁੱਢਾ ਤੇ ਭਾਈ ਗੁਰਦਾਸ ਦੇਖਦੇ, ਇਹ ਕੀ? ਕਹਿੰਦੇ ਉਹਨੇ ਮਸਤਾਨਾ ਕਰਤਾ ਲੰਗਰ। ਤਾਂ ਵੀ ਨਹੀਂ ਕਿਹਾ ਔਖੀ ਘੜੀ, ਤਾਂ ਵੀ ਗੁਰੂ ਅਰਜਨ ਸਾਹਿਬ ਸਤ ਕਰਤਾਰ ਕਰਕੇ ਛੱਗੀ ਜਾ ਰਹੇ ਨੇ। ਕਿੰਨੇ ਮਹੀਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫੁਲਕੇ ਸਰਫਾ ਸਰਫਾ ਕਰਕੇ ਖਾਧਾ, ਲੂਣ ਨਾਲ ਖਾਧਾ, ਇਤਿਹਾਸ ਕਹਿੰਦਾ। ਪਰ ਗੁਰੂ ਅਰਜਨ ਸਾਹਿਬ ਨੇ ਕਦੀ ਬੁਰਾ ਭਲਾ ਇਹ ਕਿਹਾ ਹੀ ਨਹੀਂ ਕਿ ਸਤਿਗੁਰੂ ਔਖੀ ਘੜੀ ਆ ਗਈ ਮੇਰੇ ਤੇ। ਕਿੱਡਾ ਸਬਰ ਹੈ ਇਹਨੂੰ। ਮਹਾਰਾਜ ਜੀ ਨੇ ਫਿਰ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਜਿਹੜੇ ਮਸਤਾਨੇ ਹੋਏ ਸਨ, ਸੰਗਤਾਂ ਰੁਕੀਆਂ ਸਨ, ਉਹਨਾਂ ਦਾ ਵਹਿਮ ਭਰਮ ਦੂਰ ਕੀਤਾ। ਫਿਰ ਛੈਬਰਾਂ ਲੱਗੀਆਂ ਨੇ। ਫਿਰ ਕਿੱਥੇ ਟਿਕਿਆ? ਫਿਰ ਕਹਿੰਦਾ ਮੈਂ ਸੁਲਹੀ ਚੜਾਉਂਗਾ। ਸੁਲਹੀ ਨੂੰ ਚੜਾਇਆ, ਸੁਲਭੀ ਨੂੰ। ਪਹਿਲਾਂ ਸੁਲਭੀ ਖਾਨ ਆਇਆ, ਫਿਰ ਸੁਲਹੀ ਖਾਨ ਆਇਆ। ਪਰ ਮਹਾਰਾਜ ਨੇ ਥੋੜੀ ਕਿਹਾ ਕਿ ਔਖੀ ਘੜੀ ਆਏ। ਮਹਾਰਾਜ ਕਹਿੰਦੇ ਸੁਲਹੀ ਤੇ ਨਾਰਾਇਣ ਰਾਖ। ਕਿੱਡੀ ਵੱਡੀ ਗੱਲ ਮਹਾਰਾਜ ਜੀ ਦਾ ਹਿਰਦਾ। ਔਖੀ ਘੜੀ ਕਹੀ ਨਹੀਂ ਰਹੇ, ਕਹਿੰਦੇ ਨਹੀਂ ਹੈ, ਉਹ ਚੇਤੇ ਹੈ, ਉਹ ਚੇਤੇ ਹੈ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ। ਮਨੁੱਖ ਇਹੀ ਤੇ ਸਿੱਖਿਆ ਹੈ ਸਿੱਖ ਦੇ ਜੀਵਨ ਦੀ, ਕਿ ਉਹਦੇ ਭਾਣੇ 'ਚ ਭਾਣਾ ਉਜੜ, ਭਾਣਾ ਰਾਹ। ਇਹਨੂੰ ਹੀ ਗੁਰੂ ਅਮਰਦਾਸ ਜੀ ਨੇ ਕਿਹਾ ਸ਼ਿਵ ਸ਼ਕਤ ਆਪ ਉਪਾਏ ਕਹਿ। ਜਦ ਉਹਨੇ ਦੁੱਖ ਤੇ ਸੁੱਖ ਦੋਨੋਂ ਇਕੱਠੇ ਬਣਾਏ ਨੇ, ਫਿਰ ਇਕੱਲੇ ਵਿੱਚ ਕਿਵੇਂ ਬਤੀਤ ਕਰ ਲਾਂਗੇ? ਜਦ ਰੌਸ਼ਨੀ ਤੇ ਹਨੇਰਾ ਉਹਨੇ ਬਣਾਇਆ ਹੈ, ਸ਼ਿਵ ਸ਼ਕਤ ਆਪ ਉਪਾਏ ਕੇ, ਕੱਲਾ ਚਾਨਣ 'ਚ ਜੀਵਨ ਕਿਵੇਂ? ਹਨੇਰਾ ਵੀ ਛਾਏਗਾ। ਜਦ ਉਹਨੇ ਸ਼ਿਵ ਸ਼ਕਤ ਬਣਾਇਆ, ਖੁਸ਼ੀ ਗਮੀ ਦੋਨੋਂ ਬਣਾਈ ਹੈ, ਤੇ ਖੁਸ਼ੀਆਂ ਦੇ ਵਿੱਚ ਕਿਵੇਂ ਬਤੀਤ ਕਰ ਲਾਂਗੇ ਜੀਵਨ? ਗਮੀ ਤੋਂ ਬਿਨਾਂ ਖੁਸ਼ੀ ਦੀ ਸਾਰ ਦਾ ਨਹੀਂ ਪਤਾ ਲੱਗਦਾ।
ਵਿਛੋੜੇ ਤੋਂ ਬਿਨਾ ਮੁਹੱਬਤ ਦੇ ਸਿਖਰ ਦਾ ਨਹੀਂ ਪਤਾ ਲੱਗਦਾ। ਸੁਲਹੀ ਚੜ ਕੇ ਆਇਆ, ਸੁਲਹੀ ਮੂੰਹਾਂ ਨਾ ਪਾਕ, ਮਾੜੀ ਬਿਰਤੀ ਕਰਕੇ ਆਇਆ ਸੀ। ਤਾਨਸੇਨ ਕਹਿੰਦਾ ਮੈਂ ਗੁਰੂ ਅਰਜਨ ਸਾਹਿਬ ਨੂੰ ਵਾਪਸ ਆ ਕੇ ਵੇਖਾਂਗਾ। ਮੂੰਹ ਤੇ ਕਬੂਲ ਬੋਲਦਾ ਕਿ ਦੇਖਾਂਗਾ ਮੈਂ ਆ ਕੇ। ਕਿਹੜੀ ਤੁਸੀਂ ਦੁਕਾਨ ਚਲਾਈ ਹੈ? ਦੁਕਾਨ ਕਹਿੰਦੇ ਸਾਨੂੰ ਹੱਟੀ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਠੀਕ ਹੈ, ਹੱਟੀ ਤੇ ਹੱਟੀ ਸਹੀ, ਦੁਨੀਆ ਦੀਆਂ ਹੱਟੀਆਂ ਝੂਠੀਆਂ ਨੇ, ਫਨਾ ਹੋ ਜਾਣਗੀਆਂ, ਇਹ ਹੱਟੀ ਸਦਾ ਰਹਿਣ ਵਾਲੀ ਹੈ ਤੇ ਰਹੇਗੀ। ਲੰਗਰ ਚਲੇ ਗੁਰ ਸ਼ਬਦ ਹਰ ਤੋਟ ਨਾ ਆਹ ਵੀ ਖੱਟੀ ਹੈ। ਇੱਥੇ ਖਤਮ ਨਹੀਂ ਹੋਣ ਵਾਲੇ। ਇਹ ਸੌਦਾ ਐਸਾ ਹੈ ਕਿ ਸਤਿਗੁਰ ਸ਼ਾਹ ਉਹ ਸ਼ਾਹੂਕਾਰ ਹੈ। ਗੁਣ ਵੇਚ ਅਵਗੁਣ ਲੇਤ, ਸੁਣ ਸੁਣ ਸੁਜਸ ਜਗਤ ਉਠਤਾਵੈ ਜੀ। ਸਾਰੀ ਦੁਨੀਆ ਦੇ ਵਿੱਚ ਇੱਕ ਦਿਨ ਹਰ ਇੱਕ ਮਨੁੱਖ ਨੂੰ ਇਸ ਹੱਡੀ ਤੇ ਆਉਣਾ ਹੀ ਪਏਗਾ, ਭਾਵੇਂ ਅੱਜ ਕਬੂਲ ਨਾ ਕਰੇ। ਗੁਰੂ ਨਾਨਕ ਸਾਹਿਬ ਨੇ ਕਿਹਾ ਇਸ ਹੱਟੀ ਤੇ ਆਉਣਾ ਹੀ ਪਏਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣੀ ਆਉਣਾ ਹੀ ਪਏਗਾ, ਕਿਉਂਕਿ ਸੁੱਖ ਇੱਥੇ ਹੈ, ਜੀਵਨ ਦੀ ਜੁਗਤ ਇੱਥੇ ਹੈ। ਫਿਰ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਜਦ ਐਡਾ ਸਿਖਰ ਹੋ ਗਿਆ ਨਾ, ਜਹਾਂਗੀਰ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾ ਰਹੇ ਹੋ, ਇੱਥੇ ਪੀਲੂ, ਛੱਜੂ, ਕਾਨਾ, ਸ਼ਾਹ ਹੁਸੈਨ ਸਾਰੇ ਆਏ, ਤੁਸੀਂ ਵਾਪਸ ਮੋੜਤੇ। ਹੁਣ ਤੁਸੀਂ ਵਾਪਸ ਨਹੀਂ ਮੋੜ ਸਕਦੇ ਮੇਰੇ ਹੁਕਮ ਨੂੰ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੇਰੀ ਉਸਤਤ ਲਿਖੋ ਜਾਂ ਫਿਰ ਮੁਹੰਮਦ ਸਾਹਿਬ ਦੀ ਉਸਤਤ ਲਿਖੋ। ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ, ਇਹ ਤੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਈ ਸੀ ਸੱਚ ਕੀ ਵੇਲਾ। ਇਹ ਨਹੀਂ ਹੋ ਸਕਦਾ। ਜਿਹੜਾ ਸਮੇਂ ਤੇ ਸੱਚ ਬੋਲਣਾ ਜਾਣਦਾ ਉਹਨੂੰ ਫਿਰ ਸਮਾਂ ਰੁਲਣ ਨਹੀਂ ਦਿੰਦਾ, ਉਹਨੂੰ ਸਮਾਂ ਹੀ ਸਾਂਭ ਲੈਂਦਾ। ਗੁਰੂ ਅਰਜਨ ਸਾਹਿਬ ਟਾਲ ਸਕਦੇ ਸੀ, ਹਰ ਚੀਜ਼ ਨੂੰ ਟਾਲ ਸਕਦੇ ਸੀ। ਪ੍ਰਿਥਵੇਂ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਉ, ਤ੍ਰਿਤੀਏ ਮਤਾ ਕਛ ਕਰੂੰ ਉਪਾਇਆ। ਮੇਰੇ ਲਈ ਔਖੀ ਘੜੀ ਹੈ ਹੀ ਨਹੀਂ, ਕਿਉਂ? ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ। ਉਹ ਸਿਮਰਨ ਦੇ ਵਿੱਚ, ਸੁਰਤੀ ਵਿੱਚ ਹੈ। ਫਿਰ ਰਾਖ ਪ੍ਰਭੂ ਭਾਵੇਂ ਮਾਰ, ਪਿਤਾ ਗੁਰੂ ਰਾਮਦਾਸ ਜੀ ਨੇ ਆਖਿਆ। ਫਿਰ ਨਹੀਂ ਔਖੀ ਘੜੀ। ਫਿਰ ਜਦ ਤੱਤੀ ਤਵੀ ਤੇ ਬੈਣ ਲੱਗਿਆ, ਕਹਿਤਾ ਅਸਾਂ ਨੇ ਵਾਪਸ ਨਹੀਂ ਆਉਣਾ, ਕੋਈ ਔਖੇ ਕੋਈ ਔਖੇ ਨਹੀਂ। ਨਹੀਂ, ਸ਼ੁਕਰ ਹੈ ਇਹ ਆਖਿਆ ਤੇਰਾ ਕੀਆ, ਇਹ ਆਖਿਆ ਗੁਰ ਮੇਰਾ ਸੰਗ, ਉਹ ਨਾਲ ਹੈ ਇਸ ਲਈ ਮੈਂ ਔਖਾ ਨਹੀਂ ਹਾਂ। ਉਹਨੇ ਮੈਨੂੰ ਔਖਾ ਨਹੀਂ ਆਉਣ ਦੇਣਾ। ਉਹਨੇ ਤੇ ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ ਕੰਚਨ। ਉਹਨੇ ਆਪ ਹੀ ਜਰ ਜਾਣਾ, ਮੈਂ ਥੋੜੀ ਜਰਨਾ। ਉਹ ਅੰਦਰ ਹੈ। ਰਹਿੰਦੇ ਗੁਰ ਦਰਿਆਓ ਵਿੱਚ ਮੀਨ ਕੁਲੀਨ ਹੇਤ ਨਿਰਬਾਨੀ, ਦਰਸ਼ਨ ਦੇਖਤ ਪਤੰਗ ਜਿਉ ਜੋਤੀ ਅੰਦਰ ਜੋਤ ਸਮਾਣੀ। ਸ਼ਬਦ ਸੁਰਤ ਲਿਵ ਮਿਰਗ ਜਿਉ ਭੀੜ ਪਈ ਚਿਤ ਅਵਰ ਨਾ ਆਣੀ। 4 ਦਿਨ ਦੇ ਤਸੀਹੇ 5ਵੇਂ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ। ਤਕਰੀਬਨ ਇਹ ਅੱਤ ਦੇ ਤਸੀਹੇ ਦਿੱਤੇ ਗਏ 4 ਦਿਨਾਂ ਦੇ ਵਿੱਚ। ਚੌਥੇ ਦਿਨ ਜਦ ਤੱਤੀ ਤਵੀ ਤੇ ਬਹਿਣਾ ਸੀ ਨਾ, ਕਹਿੰਦੇ ਫਿਰ ਗੁਰ ਉਪਦੇਸ਼ ਨਾ ਵੀਸਰੈ। ਜ਼ੁਬਾਨ ਤੋਂ ਕੋਈ ਗੁਰੂ ਅਰਜਨ ਸਾਹਿਬ ਜੀ ਔਖਾ ਕਹਿ ਰਹੇ ਨੇ? ਨਹੀਂ। ਭਾਈ ਗੁਰਦਾਸ ਕਹਿੰਦੇ ਅਸਾਂ ਨੇ ਅੱਖਾਂ ਤੋਂ ਵੇਖਿਆ, ਇਹ ਆਖੀ ਹੈ। ਸਿੱਖ ਜਗਤ ਕੋਲ 4 ਵੱਡੀਆਂ ਚੀਜ਼ਾਂ ਨੇ, 4 ਵੱਡੀਆਂ ਚੀਜ਼ਾਂ, ਆਖੀ, ਸਾਖੀ, ਪ੍ਰਕਾਸ਼ ਤੇ ਬਿਲਾਸ। ਇਹ 4 ਵੱਡੀਆਂ ਚੀਜ਼ਾਂ ਨੇ, ਆਖੀ, ਸਾਖੀ, ਬਿਲਾਸ ਤੇ ਪ੍ਰਕਾਸ਼। ਆਖੀ ਕੀ ਹੈ? ਇਹ ਆਖੀ ਹੈ। 2, ਆਖੀ ਦਾ ਮਤਲਬ ਆਖਣਾ, ਤੇ ਇੱਕ ਅਰਥ ਇਹਦੇ ਕੀਤੇ ਨੇ ਆਂਖੀ। ਅੱਖਾਂ ਤੋਂ ਵੇਖ ਕੇ ਜਿਹੜਾ ਆਖਿਆ ਜਾਏ ਉਹਨੂੰ ਆਖੀ ਕਿਹਾ ਜਾਏਗਾ। ਜਿਸ ਤਰ੍ਹਾਂ ਬਾਣੀ ਦੇ ਵਿੱਚ ਆਂਦਾ ਕਿ ਰਾਮ ਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤੈ ਡੂਮ ਆਖੀ। ਪੜਨਾ ਇਹਨੂੰ ਆਖੀ ਹੈ, ਪਰ ਜੋ ਉਹਨਾਂ ਨੇ ਅੱਖਾਂ ਤੋਂ ਵੇਖ ਕੇ ਬੋਲਿਆ ਉਹਨੂੰ ਆਖੀ ਕਿਹਾ ਗਿਆ, ਕਿ ਸਾਖਸ਼ਾਤ ਦੇਖਿਆ। ਤੇ ਭਾਈ ਗੁਰਦਾਸ ਜੀ ਨੇ ਜੋ ਆਖੀ ਵੇਖਿਆ ਉਹ ਆਖਿਆ ਕਿ ਗੁਰ ਉਪਦੇਸ਼ ਨਾ ਬੀਸਰੈ, ਬਬੀਹਾ ਜਿਉ ਆਖ ਵਖਾਣੀ। ਬਬੀਹਾ ਅੰਤਮ ਸਮੇਂ ਤੱਕ ਸਵਾਂਤੀ ਬੂੰਦ ਦੀ ਪਿਆਸ ਕਰਦਾ ਲਈ ਪ੍ਰਿਉ ਪ੍ਰਿਉ ਕਰਦਾ। ਗੁਰੂ ਅਰਜਨ ਸਾਹਿਬ ਸਰੀਰ ਦੇ ਅੰਤਮ ਸਵਾਸ ਤੱਕ
ਆਪਣੇ ਮੁਖੋਂ ਹਰ ਹਰ ਕਰ ਰਹੇ ਸੀ, ਪ੍ਰਿਉ ਪ੍ਰਿਉ ਕਰ ਰਹੇ ਸੀ, ਫਿਰ ਕਾਹਦੀ ਔਖੀ ਘੜੀ। ਇਸ ਕਰਕੇ ਗੁਰ ਅਰਜਨ ਬਿਟਹੁ ਕੁਰਬਾਨੀ। ਗੁਰੂ ਅਰਜਨ ਸਾਹਿਬ ਕਹਿੰਦੇ ਆ, ਤੂੰ ਇਹ ਕਿਰਪਾ ਕਰੀ ਸੱਚਾ ਪਾਤਸ਼ਾਹ, ਮੈਨੂੰ ਤੇਰਾ ਨਾਮ ਨਾ ਵਿਸਰੈ, ਭੇਤ ਨਾ ਜਾਣੋ ਮੂਲ ਸਾਈਂ ਜਿਹਿਆ, ਇਹ ਨਾ ਵਿਸਰੈ ਨਾਮ। ਪਰ ਜਿਨ੍ਹਾਂ ਨੇ ਵਿਸਰ ਦਿੱਤਾ, ਪਰ ਮਹਾਰਾਜ ਕਹਿੰਦੇ ਫਿਰ ਤੇ ਦੁੱਖ ਸ਼ੁਰੂ ਹੋਣਗੇ, ਫਿਰ ਦੁੱਖ ਦੁੱਖ ਜਾਪਣਗੇ। ਪਰ ਜੇ ਨਾਮ ਨਹੀਂ ਵਿਸਰਿਆ, ਫਿਰ ਦੁੱਖ ਵਾਲੀ ਘੜੀ ਵੀ ਭਾਣੇ ਵਿੱਚ ਬਤੀਤ ਹੋਏਗੀ, ਸ਼ੁਕਰਾਨੇ ਵਿੱਚ ਬਤੀਤ ਹੋਏਗੀ, ਤੂੰ ਹੀ ਕਰਕੇ ਬਤੀਤ ਹੋਏਗੀ। ਉਹਨੂੰ ਪਤਾ ਹੈ ਸਮਾਂ ਉਹ ਵੀ ਨਹੀਂ ਰਿਹਾ ਤੇ ਸਮਾਂ ਇਹ ਵੀ ਨਹੀਂ ਰਹਿਣਾ। ਜੇ ਅੱਜ ਸ਼ਕਤੀ ਦਾ ਅਸਰ ਹੈ ਤੇ ਕੱਲ ਨੂੰ ਸਿਉ ਦਾ ਅਸਰ ਵੀ ਹੋਏਗਾ। ਪਰ ਸੱਚੇ ਪਾਤਸ਼ਾਹ ਪ੍ਰਭ ਸਿਉ ਲਾਗ ਰਹੇ ਹੋ, ਮੇਰਾ ਚੀਤ ਮੇਰਾ ਚਿੱਤ ਜੁੜਿਆ ਰਹੇ। ਜਿਹਨੂੰ ਕਿਹਾ ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਸਦਾ ਹੀ ਹੋਏ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ। ਇਵੇਂ ਕਰੋ ਜਿਵੇਂ ਭੌਰਾ ਕਮਲ ਦੇ ਫੁੱਲ ਵੱਲ ਉੱਡਿਆ ਜਾਂਦਾ, ਭਜਿਆ ਜਾਂਦਾ, ਧੌਂਦਾ ਜਾਂਦਾ। ਤੁਸੀਂ ਗੁਰੂ ਵੱਲ ਕਦੀ ਆਲਸ ਨਾ ਕਰਿਓ, ਭੌਰੇ ਦੀ ਤਰ੍ਹਾਂ ਗੁਰੂ ਕਮਲ ਕੋਲ ਉੱਡੇ ਜਾਇਓ ਸੁਰਤ ਕਰਕੇ, ਫਿਰ ਕਾਦੀ ਔਖੀ ਘੜੀ। ਭਵਰ ਤੁਮਾਰਾ ਇਹ ਮਨ ਹੋਵੋ, ਜਿੱਥੇ ਸਮਾਂ ਧਾਨਕ ਬਣੇ, ਮਹਾਰਾਜ ਕਹਿੰਦੇ ਭੌਰੇ ਦੀ ਤਰ੍ਹਾਂ ਕਮਲ ਦੇ ਫੁੱਲ ਕੋਲ ਚਲੇ ਜਾਓ, ਤੇ ਕਮਲ ਦਾ ਫੁੱਲ ਉਹਨੂੰ ਆਪੇ ਹੀ ਸਾਂਭੇਗਾ, ਰਸ ਵੀ ਦੇਗਾ, ਆਸਰਾ ਵੀ ਦੇਗਾ। ਆਦ ਅੰਤ, ਜਨਮ ਤੋਂ ਲੈ ਕੇ ਅੰਤ ਤੱਕ ਤੁਹਾਡਾ ਨਾਮ ਮੇਰੇ ਸਹਾਈ ਹੋਏ। ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਮੇਰੇ ਮਿੱਤਰ ਪਿਆਰੇ, ਤੁਸੀਂ ਸਦਾ ਮੇਰੇ ਸੰਗ ਰਹਾਓ। ਮਨ ਬਿਲਾਸ ਭਏ ਸਾਹਿਬ ਕੇ, ਅਚਰਜ ਦੇਖ ਵਡਾਈ। ਫਿਰ ਜਿਸ ਵੇਲੇ 24 ਘੰਟੇ ਨਾਮ ਹੈ ਨਾ, ਚੱਤੋ ਪੈਰ ਵਾਹਿਗੁਰੂ ਜੀ ਦਾ ਹੁਣ ਸਿਮਰਨ ਕੀ ਹੈ। ਦੇਖੋ ਭਲਿਓ, ਘੜੀ ਅੱਖਾਂ ਬੰਦ ਕਰਕੇ ਚੌਕੜਾ ਲਾ ਕੇ ਬੈਠੋ। ਜੇ ਨਹੀਂ ਚੌਕੜਾ ਲੱਗਦਾ, ਸੋਫੇ ਤੇ ਬਹਿ ਜਾਓ। ਜੇ ਨਹੀਂ ਸੋਫੇ ਤੇ ਬੈਠਿਆ ਜਾਂਦਾ, ਤੇ ਬਿਸਤਰ ਤੇ ਲੱਤਾਂ ਲੰਮੀਆਂ ਕਰਕੇ ਬਹਿ ਜਾਓ। ਬੈਠ ਕੇ ਅੱਖਾਂ ਬੰਦ ਕਰਕੇ ਘੜੀ ਦੋ ਘੜੀ ਵਾਹਿਗੁਰੂ ਸਿਮਰਨ ਜ਼ਰੂਰ ਕਰੋ। ਇਸ ਤੋਂ ਬਿਨਾਂ ਨਹੀਂ ਸਿੱਖ ਦੀ ਸਾਰ। ਜੁੜੇ ਬਿਨਾ ਅੰਤਰ ਧਿਆਨ ਹੋਇਆ, ਭੱਟ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਅੰਮ੍ਰਿਤ ਦਾ ਚਸ਼ਮਾ ਅੰਦਰੋਂ ਪ੍ਰਾਪਤ ਕਰਕੇ ਲਿਆਉਂਦੇ ਨੇ। ਉਹ ਅੰਦਰ ਜੁੜਨਾ ਪਏਗਾ। ਅਮਿਓ ਦਿਸ਼ਟ ਸ਼ੁਭ ਕਰੈ, ਇਹ ਅੰਮ੍ਰਿਤਮਈ ਦ੍ਰਿਸ਼ਟੀ, ਕੋਈ ਅੰਮ੍ਰਿਤ ਬਾਹਰੋਂ ਨਹੀਂ, ਇਹ ਅੰਦਰ ਹੈ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰੂ ਗੁਰੂ ਬੋਲਣ ਨਾਲ ਇਹ ਅੰਮ੍ਰਿਤ ਪ੍ਰਗਟ ਹੋਏਗਾ। ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਮਨ ਵਿੱਚ ਵਸਾਉਣਾ ਪਏਗਾ, ਅੰਤਰਗਤ ਅੰਤਰ ਧਿਆਨ ਹੋਣਾ ਪਏਗਾ। ਉਸ ਦਿਨ ਸ਼ੁਕਰਾਨੇ ਵਿੱਚ ਜੁੜਿਓ, ਜਿਸ ਦਿਨ ਅੱਜ ਤੇ ਸਿਮਰਨ ਕਰਨ ਲੱਗਾਂਗੇ। ਮਨ ਇੰਨਾ ਬੇਈਮਾਨ ਹੈ, ਇੰਨਾ ਅਵੈੜਾ ਹੈ, ਇਹਨੇ ਆਪਣੀ ਵਿਕਾਰਾਂ ਦੇ ਫੁਰਨਿਆਂ ਦੇ ਹਮਲੇ ਕਰਨੇ ਸ਼ੁਰੂ ਕਰ ਦੇਣੇ। ਹਮਲੇ ਕਰਨੇ, ਕਦੀ ਕਿਹੜਾ ਵਿਕਾਰ, ਕਦੀ ਕਿਹੜਾ ਵਿਕਾਰ, ਕਦੀ ਕਿਹੜਾ ਫੁਰਨਾ, ਕਦੀ ਕੁਝ ਕਦੀ ਕੁਝ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਰੰਬਾਰ ਕਹਿੰਦੇ ਆ, ਬਾਰੰਬਾਰ ਬਾਰ ਪ੍ਰਭ ਜਪੀਐ, ਫਿਰ ਵੀ ਤੂੰ ਜਪੀ, ਫਿਰ ਵੀ ਤੂੰ ਜਪੀ, ਫਿਰ ਵੀ ਤੂੰ ਜਪੀ। 3 ਵਾਰੀ ਬਾਰੰਬਾਰ ਬਾਰ ਪ੍ਰਭ ਜਪੀਐ, ਫਿਰ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ। ਫਿਰ ਇੱਕ ਦਿਨ ਐਸਾ ਆਏਗਾ, ਰੋਜ਼ ਬਹਿਨੇ ਆ ਜੀ, ਮਨ ਨਹੀਂ ਹੈ, ਮਨ ਨੂੰ ਮਾਰ ਕੇ ਬਹਿਨੇ ਆ। ਇੱਕ ਦਿਨ ਐਸਾ ਆਏਗਾ, ਫਿਰ ਅੱਖਾਂ ਖੋਲਣ ਨੂੰ ਚਿੱਤ ਨਹੀਂ ਕਰੇਗਾ, ਫਿਰ ਜ਼ੁਬਾਨ ਰੋਕਣ ਨੂੰ ਚਿੱਤ ਨਹੀਂ ਕਰੇਗਾ। ਹੋਰ ਬੈਠੀਏ, ਹੋਰ ਬੈਠੀਏ, ਆਨੰਦ ਆ ਰਿਹਾ। ਹੁਣ ਬਣਿਆ ਆਨੰਦ, ਬਿਸਮ 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 ਹੀ ਪਈਐ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈਐ। ਜਿਉ ਚਾਖ ਗੂੰਗਾ ਮੁਸਕਾਰੇ। ਉਹਨੂੰ ਬਿਆਨ ਨਹੀਂ। ਕੋਈ ਪੁੱਛੇਗਾ ਕਿਉਂ ਇੰਨਾ ਸਿਮਰਨ, ਉਹ ਕਹਿੰਦੇ ਮੈਂ ਕਿਵੇਂ ਦੱਸਾਂ। ਹੁਣ ਤੇ ਸਵਾਦ ਆਣਾ ਸ਼ੁਰੂ ਹੋਇਆ ਸਿਮਰਨ ਦਾ। ਇਹ ਹੈ ਗੁਰੂ ਅਰਜਨ ਸਾਹਿਬ ਕਹਿੰਦੇ, ਜਦ ਸਿਮਰਨ ਦੇ ਵਿੱਚ
ਸਿਮਰਨ ਕਰਨ ਦਾ ਆਨੰਦ ਆ ਜੇ ਨਾ, ਵਾਹ, ਹੁਣ ਅੱਖਾਂ ਖੋਲਣ ਦਾ ਮਨ ਨਹੀਂ ਕਰਦਾ, ਅੰਦਰੋਂ ਆਖੇ ਹੋਰ ਬੈਠੀਏ ਘੜੀ ਹੋਰ। ਫਿਰ ਦੁਨੀਆ ਦੇ ਕਾਰ ਵਿਹਾਰਾਂ ਤੋਂ ਸੁਰਤ ਬਾਰ-ਬਾਰ ਆਏ ਕਿ ਚਲੋ ਸਮਾਂ ਮਿਲੇ ਹੁਣ ਚੌਕੜਾ ਲਾਈਏ, ਥੋੜਾ ਸਮਾਂ ਟਿਕਾ 'ਚ ਬੈਠੀਏ। ਇਹਨੂੰ ਮਹਾਰਾਜ ਕਹਿੰਦੇ ਮਨ ਬਿਲਾਸ ਭਏ। ਇਹ ਹੈ ਬਿਲਾਸ, ਖੇੜਾ ਉਮਕਿਓ ਹਿਓ ਮਿਲਨ ਪ੍ਰਭ ਤਾਈ, ਖੋਜਤ ਚਰਿਓ। ਮਨ ਦੇ ਵਿੱਚ ਖਿੱਚ ਪਏ ਕਿ ਹੁਣ ਦੁਬਾਰਾ ਬੈਠੀਏ। ਹਜੇ ਤੇ ਮਨ ਨੂੰ ਖਿੱਚ ਕੇ ਲਿਆਉਣਾ ਪੈਂਦਾ ਨਾ, ਮਨ ਪਰਦੇਸੀ ਪਿਆਰੇ ਵੇ ਆਓ ਘਰੇ। ਫਿਰ ਮਨ ਆਖੇ ਕਿ ਹੁਣ ਇਹ ਭੱਜਣ ਨੂੰ ਚੇਤੇ ਹੀ ਨਹੀਂ ਕਰਦਾ ਕਿਤੇ। ਹੁਣ ਮਨ ਬਿਲਕੁਲ ਟਿਕ ਗਿਆ। ਆ ਹੈ ਅਵਸਥਾ ਬਿਲਾਸ ਦੀ। ਤੂੰ ਪਿੰਜਰ ਹਉ ਸੋਟਾ ਤੋਰ। ਤੇਰੇ ਨਾਮ ਦੇ ਵਿੱਚ ਮੈਨੂੰ ਤੇਰੇ ਨਾਮ ਦਾ ਪਿੰਜਰਾ ਚੰਗਾ ਲੱਗਦਾ ਹੈ, ਤੇ ਇਸ ਮਨ ਤੋਤੇ ਨੂੰ ਮੈਂ ਇਹਦੇ ਵਿੱਚ ਰੱਖਣਾ ਚਾਹੁੰਦਾ। ਕਿੱਡੀ ਵੱਡੀ ਗੱਲ ਹੈ ਬਿਲਾਸ, ਕਿ ਤੇਰਾ ਨਾਮ ਮੈਨੂੰ ਹੁਣ ਚੰਗਾ ਲੱਗਦਾ ਹੈ ਸਿਮਰਨ, ਇਸ ਸਿਮਰਨ ਦੇ ਪਿੰਜਰੇ ਵਿੱਚ ਮੈਂ ਮਨ ਨੂੰ ਟਿਕਾਉਣਾ ਚਾਹੁੰਦਾ। ਤੂੰ ਪਿੰਜਰਾ ਹਉ ਸੋਟਾ ਤੋਰ, ਤੇ ਜਮ ਮਝਾਰ ਕਹਾ ਕਰੇ ਮੋਰ। ਹੁਣ ਜਮ ਰੂਪੀ ਬਿੱਲਾ ਆ ਕੇ ਮੇਰਾ ਕੀ ਵਿਗਾੜ ਸਕਦਾ? ਉਹ ਫੁਰਨੇ ਕਿਹੜੇ ਆ ਕੇ ਮੈਨੂੰ ਖੋ ਕੇ ਲੈ ਜਾ ਸਕਦੇ ਨੇ, ਜਦ ਮੈਂ ਬਿਲਾਸ ਦੇ ਵਿੱਚ ਹੀ ਆ ਗਿਆ। ਮਨ ਬਿਲਾਸ ਭਏ ਸਾਹਿਬ ਕੇ ਅਚਰਜ। ਜੇ ਤੁਹਾਡੇ ਅਸਚਰਜ ਦੇਖੇ ਨਾ, ਅੱਖਾਂ ਖੋਲ ਕੇ ਵੀ ਅਸਚਰਜ, ਅੱਖਾਂ ਬੰਦ ਕਰਕੇ ਵੀ ਅਸਚਰਜ। ਅਚਰਜ ਦੇਖ ਵਡਾਈ ਹਰ ਸਿਮਰ ਆਨੰਦ ਕਰ ਨਾਨਕ। ਦੁਨੀਆ ਕਹਿੰਦੀ ਆ ਇਵੇਂ ਆਨੰਦ ਆਏਗਾ, ਇਵੇਂ ਖੁਸ਼ੀ। ਉਹ ਕਹੇਗੀ ਛੱਡ ਭਲਾਂ, ਸਭ ਕੁਝ ਛੱਡ, ਮੈਨੂੰ ਤੇ ਸਿਮਰਨ ਦੇ ਵਿੱਚ ਹੀ ਆਨੰਦ ਆਉਂਦਾ। ਸਿਮਰ ਕੇ ਹੀ ਆਨੰਦ ਆਉਂਦਾ। ਹਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਫਿਰ ਪੈਜ ਰੱਖਣ ਵਾਲੇ ਵੀ ਤੁਸੀਂ ਹੋ, ਫਿਰ ਕਿਰਪਾ ਕਰਨ ਵਾਲੇ ਵੀ ਤੁਸੀਂ ਹੋ। ਫਿਰ ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਸਤਿਗੁਰ ਬਖਸ਼ਿਸ਼ ਕਰਨ। ਔਖੀ ਘੜੀ ਗੁਰੂ ਅਰਜਨ ਸਾਹਿਬ ਰਹਾਉ ਦੀ ਤੁਕਾਂ 'ਚ ਦੱਸਦੇ ਨੇ, ਪ੍ਰਭੂ ਦੇ ਸਿਮਰਨ ਦੇ ਵਿੱਚੋਂ ਘੜੀ ਜਿਹੜੀ ਔਖੀ ਹੈ ਉਹ ਔਖੀ ਨਹੀਂ ਜਾਪਦੀ। ਤੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਜਿੰਨਾ ਵੀ ਪਸਾਰਾ, ਮਹਾਰਾਜ ਕਹਿੰਦੇ ਫਿਰ ਉਹ ਦੁੱਖਾਂ ਵਾਲਾ ਹੀ ਜਾਪਦਾ, ਉਹ ਔਖਾ ਹੀ ਜਾਪਦਾ। ਸਤਿਗੁਰ ਭਲੀ ਕਰਨ। ਇੰਨੇ ਕੁ ਵਿਚਾਰਾਂ ਦੇ ਨਾਲ ਖਿਮਾ ਬਖਸ਼ੋ। ਆਓ ਜੀ 2 ਮਿੰਟ ਅਸੀਂ ਵਾਹਿਗੁਰੂ ਸਿਮਰਨ ਦੇ ਵਿੱਚ ਜੁੜੀਏ। ਹਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ। ਇਹਨੂੰ ਹੀ ਆਪਣੀ ਬਖਸ਼ਿਸ਼। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਚ ਦੇ ਰਾਖੇ ਕਰ ਆਪਣੇ, ਸਦਾ ਰੰਗ ਮਾਣ। ਮੈਂ ਇਹ ਰੰਗ ਮਾਣਾ ਜਿਸ ਰੰਗ ਨੂੰ ਤੁਸੀਂ ਦਿੱਤਾ। ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ, ਪਹਿਨਣ ਖਾਣ ਆਪਣੇ ਦਾਸ ਕੀ, ਆਪ ਪੈਜ ਰਾਖੀ। ਨਾਨਕ ਸਦ ਕੁਰਬਾਨ। ਆਓ ਜੀ ਕੁਰਬਾਨ ਹੋਈਏ। ਕਰੋ ਅੱਖਾਂ ਬੰਦ ਤੇ ਉੱਚੀ ਆਵਾਜ਼ ਦੇ ਵਿੱਚ ਜੋ ਮੁਖਾਰਬਿੰਦ ਤੋਂ ਬੋਲੋਗੇ, ਕੰਨਾਂ ਨਾਲ ਸੁਣਨ ਦਾ ਯਤਨ ਕਰੋ। ਫਿਰ ਮਨ ਦੇ ਫੁਰਨੇ ਨੂੰ ਟਿਕਾ ਮਿਲੇਗਾ। ਆਖੋ ਜੀ ਵਾਹਿਗੁਰੂ 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 ਵਾਹ ਵਾਹ ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ 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 ਵਾਹਿ